ਰੋਜ਼ਾਨਾ ਲੋਕ ਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਚਰਚਾ ਪੰਜਾਬ ਦੀ ਸਿਆਸਤ ਦੇ ਸਭ ਤੋਂ ਚਰਚਿਤ ਚਿਹਰੇ ਨਵਜੋਤ ਸਿੰਘ ਸਿੱਧੂ ਦੇ ਬਾਰੇ। ਕੱਲ ਪੰਜਾਬ ਦੀਆਂ ਸਿਆਸੀ ਫਜ਼ਾਵਾਂ ਦੇ ਵਿੱਚ ਇਹ ਖਬਰ ਉੱਡੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਨ ਜਲਦ ਹੀ ਪੰਜਾਬ ਦੇ ਵਿੱਚ ਡਿਪਟੀ ਸੀਐਮ ਤੇ ਪੰਜਾਬ ਦੀ ਕੈਬਨਿਟ ਦੇ ਵਿੱਚ ਵਾਪਸੀ ਦੇ ਲਈ ਦੋ ਵੱਡੇ ਮਹਿਕਮੇ ਦੇ ਸਕਦੀ ਹੈ, ਜਿਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ। ਪਰ ਅੱਜ ਸਵੇਰ ਹੁੰਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਇੱਕ ਧਮਾਕੇਦਾਰ ਟਵੀਟ ਕਰਕੇ ਉਹਨਾਂ ਕਿਆਸ ਅਰਾਈਆਂ ਦੇ ਉੱਪਰ ਵਿਰਾਮ चिन्ह लगा देता है। नवजोत सिंह सिद्धू ने ट्वीट की कीता है, वो भी तो दस देने कि हमारी अफवाहों का धुआं वहीं से उठता है जहां हमारे नाम से आग लग जाती है। कांग्रेस हाई कमान दे वल्लों दित्ती गई ऑफर, कैप्टन अमरिंदर सिंह दे वल्लों दित्ती गई ऑफर तो बाद नवजोत सिंह सिद्धू दे इस ट्वीट का की मतलब निकलता है कि नवजोत सिंह सिद्धू इस ट्वीट के जरिए कहना चाहते ने। इस पूरे बाबत गलबात करांगे ते चर्चा करांगे ते मेरे नाल चर्चा लई मौजूद रहणगे डॉक्टर भीमिंदर सिंह जी। सब तो पहले स्वागत कर लेने डॉक्टर साहब, स्वागत है रोजाना लोकनाथ टीवी ते। बहुत बहुत शुक्रिया, धन्यवाद, मेहरबानी सुखविंदर जी। डॉक्टर साहब, कल जिस तरीके दे नाल खबर आईयां कि नवजोत सिंह सिद्धू नूं डिप्टी सीएम बनाया जा सकता है, दो वड्डे महकमे दिते जा सकते हैं। कैप्टन अमरिंदर सिंह ने यह गल कहती कि जल्द तो जल्द नवजोत सिंह सिद्धू फैसला लैण, साडे कोल समा घट है 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ। ਤੇ ਉਹਨਾਂ ਨੇ ਕਿਹਾ ਕਿ ਜੇ ਸਿੱਧੂ ਚਾਹੁੰਦੇ ਨੇ ਤਾਂ ਕਾਂਗਰਸ ਹਾਈ ਕਮਾਨ ਦੇ ਨਾਲ ਗੱਲ ਵੀ ਕਰ ਸਕਦੇ ਨੇ, ਮੇਰੇ ਕੋਲੇ ਕੈਬਨਿਟ ਦੀ ਸੀਟ ਜਿਹੜੀ ਹੈ ਉਹ ਖਾਲੀ ਹੈ। ਤੇ ਉਸ ਤੋਂ ਬਾਅਦ ਜਿਹੜੀਆਂ ਖਬਰਾਂ ਉੱਡਣੀਆਂ ਸ਼ੁਰੂ ਹੋ ਗਈਆਂ ਸੀ ਕਿ ਜਲਦ ਵਾਪਸੀ ਹੋ ਸਕਦੀ ਹੈ। ਪਰ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਟਵੀਟ ਆਇਆ, ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾਇਆ, ਦਰਸ਼ਕਾਂ ਨੂੰ ਵੀ ਸੁਣਾਇਆ, ਕਿ ਨਵਜੋਤ ਸਿੰਘ ਸਿੱਧੂ ਉਹਨਾਂ ਫੈਸਲਿਆਂ ਤੋਂ ਬਾਅਦ ਕਹਿਣਾ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਜਵਾਬ ਦੇਣਾ ਚਾਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ, ਕਾਂਗਰਸ ਹਾਈ ਕਮਾਨ ਨੂੰ, ਤੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਖਬਰਾਂ ਉਡਾਈਆਂ ਸੀ ਕਿ ਡਿਪਟੀ ਸੀਐਮ ਤੇ ਦੋ ਵੱਡੇ ਮਹਿਕਮੇ ਦੇ ਕੇ ਸਿੱਧੂ ਦੀ ਧਮਾਕੇਦਾਰ ਵਾਪਸੀ ਕਰਵਾਈ ਜਾ ਸਕਦੀ ਹੈ। ਸਿੱਧੂ ਸਾਹਿਬ, ਗੱਲ ਇਹ ਹੈ ਕਿ ਜਿੱਥੋਂ ਤੱਕ ਨਵਜੋਤ ਸਿੱਧੂ ਦੀ ਗੱਲ ਹੈ, ਉੱਥੋਂ ਤੱਕ ਸਾਨੂੰ ਇਹ ਪਤਾ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਇਕੱਲੇ ਪੰਜਾਬ ਦੇ ਨਹੀਂ, ਹਿੰਦੁਸਤਾਨ ਦੇ ਵੱਡੇ ਨੇਤਾ ਨੇ। ਚਾਹੇ ਉਹਨਾਂ ਦੀ ਖਿਡਾਰੀ ਦੇ ਤੌਰ ਤੇ ਆਪਾਂ ਗੱਲ ਕਰੀਏ, ਚਾਹੇ ਉਹਨਾਂ ਦੀ ਕਮੈਂਟੇਟਰ ਦੇ ਤੌਰ ਤੇ ਗੱਲ ਕਰੀਏ, ਚਾਹੇ ਉਹਨਾਂ ਦੀ ਟੀਵੀ ਚੈਨਲਾਂ ਦੇ ਉੱਤੇ ਜੋ ਉਹਨਾਂ ਦੀ ਪ੍ਰਸਿੱਧੀ ਹੋਈ ਹੈ ਉਹਦੀ ਗੱਲ ਕਰੀਏ, ਚਾਹੇ ਉਹਨਾਂ ਦੀ ਸਿਆਸਤ ਦੇ ਵਿੱਚ ਪਾਰੀ ਜੋ ਖੇਡ ਰਹੇ ਨੇ ਉਹਦੀ ਗੱਲ ਕਰੀਏ। ਉਹਨਾਂ ਨੇ ਹਮੇਸ਼ਾ ਹੀ ਜਿਹੜੀਆਂ ਅਗਲੀਆਂ ਲਾਈਨਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਆਪਣੀ ਜਿਹੜੀ ਹੈਗੀ ਹੈ ਪਾਰੀ ਖੇਡਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਹਮੇਸ਼ਾ। ਚਾਹੇ ਉਹਨਾਂ ਦੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੀ ਜੋ ਆਪਾਂ ਜਿਹੜੀ ਕਾਰਗੁਜ਼ਾਰੀ ਰਹੀ ਹੈ, ਉਹ ਹਮੇਸ਼ਾ ਅਗਲੀਆਂ ਸਫਾਂ ਦੇ ਵਿੱਚ ਆ ਕੇ ਉਹ ਆਪਣੀ ਵਧੀਆ ਪਾਰੀ ਜਿਹੜੀ ਹੈਗੀ ਹੈ ਖੇਡਦੇ ਰਹੇ ਨੇ। ਇੱਥੇ ਵੀ ਉਹ ਪਿਛਲੇ 4 ਸਾਲਾਂ ਦੇ ਦੌਰਾਨ ਜਦੋਂ ਉਹਨਾਂ ਨੇ ਕਾਂਗਰਸ ਦੇ ਵਿੱਚ ਜਦੋਂ ਉਹਨਾਂ ਨੇ ਵਾਪਸੀ ਕੀਤੀ ਸੀਗੀ ਤਾਂ ਸਾਨੂੰ ਇਹ ਲੱਗਦਾ ਸੀਗਾ ਕਿ ਇਸ ਦੌਰਾਨ ਉਹ ਇੱਕ ਚੰਗੀ ਪਾਰੀ ਜਿਹੜੀ ਹੈਗੀ ਹੈ ਖੇਡਣਗੇ ਔਰ ਉਹਨਾਂ ਨੂੰ ਖੇਡਣ ਦਿੱਤਾ ਜਾਏਗਾ ਪਿੱਚ ਦੇ ਉੱਤੇ। ਪਰ ਬਦਕਿਸਮਤੀ ਨਾਲ ਕੈਪਟਨ ਸਾਹਿਬ ਨੇ, ਉਹਨਾਂ ਦੇ ਪਤਾ ਨਹੀਂ ਕੀ ਮਨ ਦੇ ਵਿੱਚ ਹੈ, ਉਹਨਾਂ ਨੇ ਉਹਨਾਂ ਨੂੰ ਖੇਡਣ ਹੀ ਨਹੀਂ ਦਿੱਤਾ। ਜਦੋਂ ਵੀ ਉਹ ਕੋਈ ਚੰਗੇ ਰਨ ਬਣਾਉਣ ਦੀ ਕੋਸ਼ਿਸ਼ ਕਰਦੇ ਸੀਗੇ, ਚੌਕੇ ਛਿੱਕੇ ਲਾਉਣ ਦੀ ਕੋਸ਼ਿਸ਼ ਕਰਦੇ ਸੀਗੇ, ਉਹਦੀ ਨਾਲ ਦੀ ਉਹਨਾਂ ਨੂੰ ਪਵੇਲੀਅਨ ਬਿਠਾਉਣ ਦੀ ਕੋਸ਼ਿਸ਼ ਕਰਦੇ ਰਹੇ ਕੈਪਟਨ ਸਾਹਿਬ। ਔਰ ਕੀਤੀ ਗਈ, ਹਾਂਜੀ, ਰਨ ਆਊਟ ਕਰਵਾਉਣ ਦੀ ਕੋਸ਼ਿਸ਼, ਹਾਂ, ਕਦੇ ਰਨ ਆਊਟ ਕਰਾਉਂਦੇ ਸੀਗੇ, ਕਦੇ ਕੁਛ, ਮਤਲਬ ਉਹਨਾਂ ਦੇ ਨਾਲ ਧੋਖਾਧੜੀ ਹਮੇਸ਼ਾ ਇਹਨਾਂ 4 ਸਾਲਾਂ ਦੌਰਾਨ ਹੁੰਦੀ ਰਹੀ ਹੈ। ਔਰ ਜਿਹਦੇ ਕਰਕੇ ਉਹ ਖੁਦ ਵਿਚਾਰੇ ਜਿਹੜੇ ਸੀਗੇ ਅੱਕ ਗਏ ਔਰ ਬੈਠੇ ਰਹੇ, ਉਦਾਸ ਹੋ ਗਏ, ਨਿਰਾਸ਼ ਹੋ ਗਏ। ਪਰ ਉਹਨਾਂ ਨੇ ਇੱਕ ਜਿਹੜੀ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਉਹ ਜਿਹੜੀ ਇੱਕ ਚਾਨਣ ਦੀ ਕਿਰਨ ਸੀਗੀ ਉਹਨਾਂ ਦੇ ਦਿਮਾਗ ਦੇ ਵਿੱਚ ਸੀਗੀ, ਕਿਉਂਕਿ ਉਹਨਾਂ ਦੇ ਨਾਲ ਵਾਅਦਾ ਇਹ ਕੀਤਾ ਗਿਆ ਸੀਗਾ ਜਦੋਂ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀਗੀ ਕਿ ਕੈਪਟਨ ਸਾਹਿਬ ਆਪਣੀ ਆਖਰੀ ਪਾਰੀ ਖੇਡ ਰਹੇ ਨੇ। ਆਪਾਂ ਨੂੰ ਯਾਦ ਹੋਏਗਾ, ਤੁਹਾਨੂੰ ਵੀ ਯਾਦ ਹੋਏਗਾ ਕਿ ਕੈਪਟਨ ਸਾਹਿਬ ਨੇ ਲੋਕਾਂ ਨੂੰ ਇਹੀ ਕਿਹਾ ਸੀਗਾ ਕਿ ਮੇਰੀ ਆਖਰੀ ਪਾਰੀ ਹੈ, ਇਸ ਤੋਂ ਬਾਅਦ ਮੈਂ ਰੈਸਟ ਕਰਾਂਗਾ ਔਰ ਅਗਲੀ ਪਾਰੀ ਕੋਈ ਹੋਰ ਖੇਡੇਗਾ। ਯਾਨੀ ਕਿ ਉਹਨਾਂ ਦਾ ਮਤਲਬ ਇਹ ਸੀਗਾ ਕਿ ਜਿਹੜੀ ਨਵੀਂ ਟੀਮ ਹੋਏਗੀ ਕਾਂਗਰਸ ਦੇ ਵਿੱਚ ਉਹ ਆ ਕੇ ਮੇਰੀ ਪਾਰੀ ਸੰਭਾਲੇਗੀ ਅਗਲੀ। ਸੋ ਹੋਇਆ ਕੀ ਹੋਇਆ, ਬਿਲਕੁਲ ਉਲਟ। ਜਿਵੇਂ ਆਪਾਂ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਨੇ ਦੁਬਾਰਾ ਤਿਆਰੀ ਕਰ ਲਈ ਔਰ ਇਹਨਾਂ ਦੇ ਨਾਮ ਦੇ ਚਰਚੇ ਇਸ ਲਈ ਹੋਣ ਲੱਗੇ ਕਿਉਂਕਿ ਜਿਹੜੀ ਹੈਗੀ ਆ ਹਾਈ ਕਮਾਂਡ ਜਾਂ ਕਾਂਗਰਸ ਦੇ ਵਿਚਲੀ ਜਿਹੜੀ ਕੋਟਰੀ ਹੈ ਉਹ ਚਾਹੁੰਦੀ ਹੈ ਕਿ ਕੈਪਟਨ ਸਾਹਿਬ ਦੁਬਾਰਾ ਆ ਕੇ ਉਹੀ ਚਿਹਰੇ ਬਣਨ ਔਰ ਲੋਕਾਂ ਦੇ ਵਿੱਚ ਜਾਣ। ਔਰ ਜਿਹੜੇ ਵਾਅਦੇ ਉਹਨਾਂ ਨੇ, ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਕੋਈ ਵਾਅਦਾ ਪੂਰਾ ਨਹੀਂ ਹੋਇਆ, ਪਰ ਉਹ ਝੂਠੇ ਲਾਰਿਆਂ ਦੇ ਉੱਤੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਕੇ
ਜਿਹੜੇ ਨੇ ਕੈਪਟਨ ਸਾਹਿਬ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਫੇਰ ਖੁੱਡੇ ਲੈਣ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਉਹ ਅਫਵਾਹਾਂ ਜਿਹੜੀਆਂ ਨੇ ਜਿਵੇਂ ਸਿੱਧੂ ਸਾਹਿਬ ਨੇ ਜਿਹੜਾ ਹੈਗਾ ਟਵੀਟ ਕੀਤਾ ਹੈ, ਉਹਨਾਂ ਦਾ ਮਤਲਬ ਇਹੀ ਹੈ ਕਿ ਇਹੀ ਲੋਕ, ਇਹੀ ਜੁੰਡਲੀ ਜਿਹੜੀ ਕੈਪਟਨ ਸਾਹਿਬ ਦੀ ਹੈ, ਇਹੀ ਉਹਨਾਂ ਦੇ ਨਾਮ ਨਾਲ, ਉਹਨਾਂ ਦੇ ਨਾਂ ਤੋਂ ਨਫ਼ਰਤ ਕਰ ਰਹੀ ਹੈ ਔਰ ਇਹੀ ਅਫਵਾਹਾਂ ਫੈਲਾ ਰਹੀ ਹੈ ਔਰ ਇਹੀ ਜਾਣਬੁੱਝ ਕੇ ਉਹਨਾਂ ਦੇ ਨਾਂ ਨੂੰ ਜਿਹੜਾ ਹੈਗਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਹੁਣ ਸਮਝ ਆ ਚੁੱਕੀ ਹੈ ਔਰ ਉਹ ਕੋਈ ਫੈਸਲਾ ਜਿਹੜਾ ਹੈਗਾ ਉਹਦੇ ਲੈਣ ਦੇ ਵਿੱਚ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਉਡੀਕ ਕਰ ਰਹੇ ਨੇ। ਔਰ ਜੇ ਕੋਈ ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਤੋਂ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੀਆਂ ਕੱਲ ਕਿਆਸ ਰਹੀਆਂ ਸੀ ਕਿ ਵਾਪਸੀ ਕੀਤੀ ਜਾ ਸਕਦੀ ਹੈ, ਵਾਪਸੀ ਕਰਵਾਈ ਜਾ ਸਕਦੀ ਹੈ, 2 ਵੱਡੇ ਅਹੁਦੇ ਦੇ ਕੇ, ਡਿਪਟੀ ਸੀਐਮ ਦਾ ਅਹੁਦਾ ਦੇ ਕੇ, ਕੀ ਲੱਗਦਾ ਹੈ ਕਿ ਇਸ ਟਵੀਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਸਾਰੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਅੱਗੇ ਤਜਵੀਜ਼ਾਂ ਰੱਖੀਆਂ ਗਈਆਂ ਸੀ, ਆਫਰਾਂ ਰੱਖੀਆਂ ਗਈਆਂ ਸੀ, ਇਸ ਟਵੀਟ ਦੇ ਜ਼ਰੀਏ ਨਕਾਰ ਦਿੱਤਾ? ਬਿਲਕੁਲ, ਇਸ ਟਵੀਟ ਤੋਂ ਉਹਨਾਂ ਦੀ ਜਿਹੜੇ ਮਨ ਦਾ ਜੋ ਗੁੱਸਾ ਹੈ, ਜੋ ਦਿਲ ਦੇ ਵਿੱਚ ਉਹਨਾਂ ਦੇ ਗੁੱਸੇ ਦੀ ਭਾਵਨਾ ਪਿਛਲੇ 4 ਸਾਲਾਂ ਤੋਂ ਪਨਪ ਰਹੀ ਹੈ, ਉਹ ਸਾਨੂੰ ਨਜ਼ਰ ਆ ਰਹੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਕੈਪਟਨ ਸਾਹਿਬ ਦੀ ਜੁੰਡਲੀ ਹੈ ਉਹ ਜਾਣਬੁੱਝ ਕੇ ਇਦਾਂ ਦੀਆਂ ਅਫਵਾਹਾਂ ਫੈਲਾ ਰਹੀ ਹੈ ਔਰ ਇਦਾਂ ਦੀਆਂ ਆਫਰਾਂ ਜਾਣ ਕੇ ਦੇ ਰਹੀ ਹੈ ਤਾਂ ਕਿ ਉਹਨਾਂ ਨੂੰ ਖੁੱਡੇ ਲੈਣ ਵੀ ਲਾਇਆ ਜਾ ਸਕੇ ਔਰ ਉਹਨਾਂ ਨੂੰ ਜਿਹੜੀ ਹੈਗੀ ਉਹਨਾਂ ਦੀ ਤੋਹੀਨ ਕੀਤੀ ਜਾ ਸਕੇ, ਉਹਨਾਂ ਦੀ ਬੇਇੱਜ਼ਤੀ ਕੀਤੀ ਜਾ ਸਕੇ। ਸੋ ਇਹ ਜਾਣਬੁੱਝ ਕੇ ਉਹ ਇਸ ਗੱਲ ਨੂੰ ਸਮਝ ਰਹੇ ਨੇ ਸਿੱਧੂ ਸਾਹਿਬ ਔਰ ਉਹਨਾਂ ਦਾ ਜਵਾਬ ਜਿਹੜੇ ਨੇ ਉਹ ਬਜਾਏ ਗੱਲਾਂ ਬਾਤਾਂ ਦੇ ਦੇਣ ਦੇ, ਉਹਨਾਂ ਦੇ ਸ਼ਾਇਰਾਨਾ ਅੰਦਾਜ਼, ਜਿਵੇਂ ਆਪਾਂ ਨੂੰ ਪਤਾ ਹੈ ਕਿ ਸਿੱਧੂ ਸਾਹਿਬ ਸ਼ਾਇਰਾਨਾ ਅੰਦਾਜ਼ ਦੇ ਵਿੱਚ ਆਪਣੀ ਗੱਲ, ਬਹੁਤ ਵੱਡੀ ਗੱਲ ਕਹਿ ਦਿੰਦੇ ਨੇ। ਸੋ ਇਹੀ ਗੱਲ ਜਿਹੜੀ ਹੈਗੀ ਹੈ ਹੁਣ ਉਹਨਾਂ ਨੇ ਸ਼ਾਇਰੀ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਹੈ ਔਰ ਇੱਥੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਿੱਧੂ ਸਾਹਿਬ ਨਾ ਤਾਂ ਪਹਿਲਾਂ ਉਹ ਸੰਤੁਸ਼ਟ ਸੀਗੇ, ਨਾ ਹੀ ਹੁਣ ਸੰਤੁਸ਼ਟ ਨੇ। ਉਹ ਜੋ ਉਹਨਾਂ ਨੇ ਵਾਅਦਾ ਕੀਤਾ ਸੀਗਾ, ਜੋ ਉਹਨਾਂ ਨੇ ਅੱਜ ਤੋਂ 4 ਸਾਲ ਪਹਿਲਾਂ ਕਾਂਗਰਸ ਨਾਲ ਵਾਅਦਾ ਕਰਕੇ ਉਹ ਆਏ ਸੀਗੇ ਕਿ ਅਗਲੇ ਜਿਹੜੇ 5 ਸਾਲਾਂ ਤੋਂ ਬਾਅਦ ਜਿਹੜਾ ਸਮਾਂ ਹੋਏਗਾ ਇਹ ਨਵਜੋਤ ਸਿੰਘ ਸਿੱਧੂ ਦਾ ਸਮਾਂ ਹੋਏਗਾ। ਕਾਂਗਰਸ ਨੇ ਉਹਨਾਂ ਨਾਲ ਵਾਅਦਾ ਕੀਤਾ ਸੀਗਾ, ਹਾਈ ਕਮਾਂਡ ਨੇ ਵੀ ਵਾਅਦਾ ਕੀਤਾ ਸੀਗਾ ਔਰ ਇੱਥੋਂ ਤੱਕ ਕਿ ਜਿਹੜੇ ਹੈਗੇ ਆ ਉਹ ਇਹ ਗੱਲ ਕਹਿ ਚੁੱਕੇ ਸੀਗੇ ਕਿ ਮੇਰੀ ਇਹ ਆਖਰੀ ਚੋਣ ਹੈ। ਸ਼ਾਇਦ ਇਸ ਲਈ ਯਾਦ ਹੋਏਗਾ ਸਿੱਧੂ ਸਾਹਿਬ, ਤੁਹਾਨੂੰ ਵੀ ਯਾਦ ਹੋਏਗਾ, ਲੋਕਾਂ ਨੂੰ ਵੀ ਯਾਦ ਹੈ ਔਰ ਪੰਜਾਬ ਦੇ ਬੱਚੇ ਨੂੰ ਯਾਦ ਹੈ ਕਿ ਉਹ ਬਾਰ-ਬਾਰ ਇਹੀ ਗੱਲ ਕਹਿੰਦੇ ਸੀਗੇ ਕਿ ਮੈਨੂੰ ਇਸ ਵਾਰ ਤੁਸੀਂ ਜਿਤਾ ਦਿਓ, ਅਗਲੇ ਵਾਰੀ ਮੈਂ ਉਦੋਂ ਬਾਅਦ ਰੈਸਟ ਕਰਨੀ ਹੈ ਔਰ ਕਿਉਂਕਿ ਮੇਰੀ ਸਿਹਤ ਵੀ ਅਲਾਉ ਨਹੀਂ ਕਰਦੀ, ਇਸ ਕਰਕੇ ਮੈਂ ਰੈਸਟ ਕਰਾਂਗਾ। ਇਸ ਤੋਂ ਬਾਅਦ ਜਿਹੜੀ ਅਗਲੀ ਜਨਰੇਸ਼ਨ ਹੈ, ਅਗਲੀ ਪੀੜ੍ਹੀ ਹੋਏਗੀ ਕਾਂਗਰਸ ਦੀ, ਉਹ ਕਮਾਂਡ ਸੰਭਾਲੇਗੀ ਔਰ ਉਹੀ ਉਹਨਾਂ ਦੇ ਵਿੱਚੋਂ ਹੀ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮੰਤਰੀ ਸੰਤਰੀ ਜੋ ਵੀ ਹੈ ਬਣਨਗੇ। ਸੋ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਸਿਰਫ ਇਸ ਵਾਰੀ ਜਿਤਾ ਦਿਓ, ਅਗਲੇ ਵਾਰੀ ਮੈਂ ਪਿੱਚ ਤੇ ਨਹੀਂ ਖੇਡਾਂਗਾ। ਸੋ ਜਦੋਂ ਉਹ ਦੁਬਾਰਾ ਤਿਆਰੀਆਂ ਕਸੀ ਬੈਠੇ ਨੇ ਕੈਪਟਨ ਸਾਹਿਬ ਔਰ ਦੁਬਾਰਾ ਤੁਸੀਂ ਦੇਖਿਆ ਹੋਵੇਗਾ ਕਿ ਆਪਣਾ ਵੇਟ ਘਟਾ ਰਹੇ ਨੇ ਔਰ ਲੋਕਾਂ ਨੂੰ ਇਹ ਜਤਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੈਂ 85% ਵਾਅਦੇ ਪੂਰੇ ਕਰਤੇ ਆਪਣੇ, ਸੋ ਇਸ ਕਰਕੇ ਮੈਨੂੰ ਤੁਸੀਂ ਦੁਬਾਰਾ ਲੈ ਕੇ ਆਓ। ਸੋ ਉੱਥੋਂ ਸਾਨੂੰ ਇਹ ਮੈਨੂੰ ਲੱਗਦਾ ਕਿ ਸ਼ੱਕ ਜਿਹੜਾ ਹੈਗਾ ਸਿੱਧੂ ਸਾਹਿਬ ਨੂੰ ਵੀ ਇਹ ਸ਼ੱਕ ਜਿਹੜਾ ਹੈਗਾ ਉਹਨਾਂ ਦਾ ਯਕੀਨ 'ਚ ਬਦਲ ਰਿਹਾ ਹੈ ਔਰ ਲੋਕਾਂ ਦਾ ਵੀ ਇਹ ਸ਼ੱਕ ਯਕੀਨ 'ਚ ਬਦਲ ਰਿਹਾ ਹੈ ਕਿ ਕੈਪਟਨ ਸਾਹਿਬ ਦੁਬਾਰਾ ਤਿਆਰੀ ਕਰ ਰਹੇ ਨੇ ਮੁੱਖ ਮੰਤਰੀ ਬਣਨ ਦੀ, ਦੁਬਾਰਾ ਅਗਲੀ ਪਾਰੀ ਖੇਡਣ ਦੀ। ਸੋ ਜੇ ਇਹ ਚੀਜ਼ ਵਾਪਰਦੀ ਹੈ ਤਾਂ ਲਾਜ਼ਮੀ ਤੌਰ ਤੇ ਸਿੱਧੂ ਸਾਹਿਬ ਨੂੰ ਨਵੇਂ ਸਿਰੇ ਤੋਂ ਸੋਚਣ ਦੀ ਲੋੜ ਪੈ ਸਕਦੀ ਹੈ ਔਰ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਨਵਾਂ ਫੈਸਲਾ ਸੁਣਾਉਣ ਦੀ ਲੋੜ ਹੈ। ਜੇ ਉਹ ਇਸੇ ਤਰ੍ਹਾਂ ਹੀ ਪਹਿਲਾਂ ਵਾਂਗ ਖੁੱਡੇ ਲਾਈਨ ਲੱਗੇ ਰਹਿੰਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਲਈ ਉਹਨਾਂ ਨੂੰ ਦੁਬਾਰਾ ਸੋਚ ਕੇ ਇੱਕ ਨਵਾਂ ਫੈਸਲਾ ਲੈਣਾ ਚਾਹੀਦਾ। ਡਾਕਟਰ ਸਾਹਿਬ, ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜੇਕਰ ਕੈਬਨਿਟ ਦੇ ਵਿੱਚ ਵੀ ਵਾਪਸੀ ਨਹੀਂ ਕਰਨੀ, ਜੇਕਰ ਉਹਨਾਂ ਨੂੰ ਡਿਪਟੀ ਸੀਐਮ ਦਾ ਅਹੁਦਾ ਵੀ ਨਹੀਂ ਚਾਹੀਦਾ ਹੈ, ਤਾਂ ਫਿਰ ਨਵਜੋਤ ਸਿੰਘ ਸਿੱਧੂ ਚਾਹੁੰਦੇ ਕੀ ਨੇ? ਨਵਜੋਤ ਸਿੰਘ ਸਿੱਧੂ ਦੀ ਵਾਪਸੀ ਤਾਂ ਕਾਂਗਰਸ ਦੇ ਵਿੱਚ ਹੋਵੇਗੀ ਕਿਵੇਂ ਸਰਕਾਰ ਦੇ ਵਿੱਚ? ਜਾਨੀ ਕਿ ਹੁਣ ਉਹ ਤਾਂ ਇੱਕ ਐਮਐਲਏ ਦੇ ਤੌਰ ਤੇ ਵਿੱਚ ਰਹੇ ਨੇ, ਜਿਹੜੀ ਗਵਰਨਮੈਂਟ ਚਲਾਉਣ ਵਾਲੀ ਕੈਬਨਿਟ ਹੁੰਦੀ ਹੈ ਉਹਦੇ ਵਿੱਚ ਉਹ ਹੈ ਨਹੀਂ, ਤਾਂ ਫਿਰ ਵਾਪਸੀ ਚਾਹੁੰਦੇ ਕਿਸ ਤਰੀਕੇ ਦੇ ਨਾਲ ਨੇ? ਨਾ ਉਹਨਾਂ ਨੂੰ ਡਿਪਟੀ ਸੀਐਮ ਦਾ ਅਹੁਦਾ ਚਾਹੀਦਾ ਹੈ, ਨਾ ਫਿਰ ਮੰਤਰੀ ਦੀ ਕੁਰਸੀ, ਤਾਂ ਫਿਰ ਕੀ ਗੱਲ ਹੋ ਸਕਦੀ? ਸਿੱਧੂ ਸਾਹਿਬ, ਮੈਂ ਕਹਿਣਾ ਚਾਹੁੰਦਾ ਕਿ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਹੈ ਉਹ ਇਕੱਲੇ ਪੰਜਾਬ ਦੇ ਨਹੀਂ। ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣ ਵਾਲੀ ਹੈ ਕਿ ਨਵਜੋਤ ਸਿੰਘ ਸਿੱਧੂ ਵਾਹਿਦ ਇੱਕ ਐਸੇ ਨੇਤਾ ਨੇ ਜਿਹੜੇ ਪੰਜਾਬ ਦੇ, ਜਿਨ੍ਹਾਂ ਨੂੰ ਕਿ ਸਿਰਫ ਪੰਜਾਬ ਵਿੱਚ ਹੀ ਨਹੀਂ, ਹਿੰਦੁਸਤਾਨ ਵਿੱਚ ਹੀ ਨਹੀਂ, ਮੈਨੂੰ ਲੱਗਦਾ ਕਿ ਦੁਨੀਆ ਦੇ ਲੋਕ ਪਿਆਰ ਕਰਦੇ ਆ। ਖਾਸ ਤੌਰ ਤੇ ਤੁਸੀਂ ਦੇਖੋਗੇ ਜੇ ਆਪਾਂ ਉਹਨਾਂ ਦੀ
ਸਿਆਸਤ ਦੀ ਗੱਲ ਕਰੀਏ, ਚਲੋ ਆਪਾਂ ਉਹਨਾਂ ਦੀ ਕ੍ਰਿਕਟ ਨੂੰ ਛੱਡ ਦਈਏ, ਉਹਨਾਂ ਦੀ ਜਿਹੜੀ ਹੋਰ ਕਮੈਂਟੇਟਰ ਜਿਹੜੀ ਐਜ਼ ਕਮੈਂਟੇਟਰ ਦੇ ਤੌਰ ਤੇ ਉਹ ਕੰਮ ਕੀਤਾ ਉਹਨੂੰ ਵੀ ਛੱਡ ਦਈਏ, ਔਰ ਟੀਵੀ ਦੇ ਸ਼ੋਅ ਨੂੰ ਵੀ ਛੱਡ ਦਈਏ। ਜੇ ਆਪਾਂ ਉਹਨਾਂ ਦੀ ਸਿਰਫ ਤੇ ਸਿਰਫ ਸਿਆਸੀ ਪਾਰੀ ਦੀ ਗੱਲ ਕਰੀਏ ਤਾਂ ਕਰਤਾਰ ਸਿੰਘ ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਹੈ ਉਹਨੂੰ ਖੁਲਵਾਉਣ ਦੇ ਵਿੱਚ ਜੋ ਉਹਨਾਂ ਨੇ ਇੱਕ ਵੱਡਾ ਰੋਲ ਅਦਾ ਕੀਤਾ ਹੈ ਆਪਣੇ ਦੋਸਤ ਨਾਲ ਮਿਲ ਕੇ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਮਿਲ ਕੇ, ਔਰ ਉਹ ਰੋਲ ਤੋਂ ਬਾਅਦ ਉਹਨਾਂ ਦਾ ਜੋ ਕੱਦ ਹੈ ਉਹ ਦੁਨੀਆ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ। ਔਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਪ੍ਰਸਿੱਧੀ ਹੈ, ਉਹਨਾਂ ਦਾ ਜਿਹੜਾ ਲੈਵਲ ਹੈ ਉਹ ਇੱਕ ਨਾ ਤਾਂ MLA ਵਾਲਾ ਹੈ, ਨਾ ਉਹ ਇੱਕ ਮੁੱਖ ਮੰਤਰੀ ਵਾਲਾ ਹੈ ਕਿਸੇ ਸਟੇਟ ਦਾ। ਉਹਨਾਂ ਦਾ ਮਤਲਬ ਹੈ ਕਿ ਉਹ ਪੂਰੇ ਦੇ ਪੂਰੇ ਸਟੇਟ ਨੂੰ ਵੀ ਜਿਹੜੇ ਨੇ ਐਜ਼ ਏ ਮੁੱਖ ਮੰਤਰੀ ਦੇ ਤੌਰ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਉਣਾ ਚਾਹੁੰਦੇ ਨੇ ਔਰ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਨੇ। ਔਰ ਉਹ ਇਹਨਾਂ ਦਾ ਸੁਪਨਾ ਹੈ ਉਹ ਜੇ ਪੂਰਾ ਨਹੀਂ ਹੁੰਦਾ ਤਾਂ ਲਾਜ਼ਮੀ ਤੌਰ ਤੇ ਇਹਦਾ ਨੁਕਸਾਨ ਕਾਂਗਰਸ ਨੂੰ ਹੋਏਗਾ। ਔਰ ਕਾਂਗਰਸ ਜੇ ਸਿਆਣੀ ਹੈ, ਕਾਂਗਰਸ ਨੂੰ ਜੇ ਲੱਗਦਾ ਹੈ ਕਿ ਉਹਨਾਂ ਨੇ ਜੋ ਵਾਅਦਾ ਕੀਤਾ ਸੀਗਾ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਅੱਜ ਤੋਂ 4 ਸਾਲ ਪਹਿਲਾਂ ਕਿ ਜੇ ਤੁਸੀਂ ਕਾਂਗਰਸ ਜੁਆਇਨ ਕਰਦੇ ਹੋ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਲ ਇਨ ਆਲ ਜਿਹੜਾ ਹੈਗਾ ਉਹ ਤੁਹਾਨੂੰ ਪੰਜਾਬ ਦਾ ਕੈਪਟਨ ਤੁਹਾਨੂੰ ਬਣਾਇਆ ਜਾਏਗਾ। ਸੋ ਇਸ ਕਰਕੇ ਉਹ ਲਗਭਗ 4 ਸਾਲ ਵੇਟ ਕਰਦੇ ਰਹੇ ਨੇ ਔਰ 5 ਸਾਲ ਲਈ ਵੇਟ ਕਰਨ ਲਈ ਵੀ ਤਿਆਰ ਨੇ। ਉਹ ਇਹ ਵੀ ਕਹਿ ਰਹੇ ਨੇ ਕਿ ਮੈਂ 5 ਸਾਲ ਪੂਰੇ ਦਾ ਪੂਰਾ 5 ਸਾਲ ਵੀ ਵੇਟ ਕਰਾਂਗਾ, ਪਰ ਜੋ ਮੇਰੇ ਨਾਲ ਵਾਅਦਾ ਕੀਤਾ ਗਿਆ ਸੀਗਾ ਕਿਸੇ ਵੇਲੇ ਅੱਜ ਤੋਂ 4 ਸਾਲ ਪਹਿਲਾਂ, ਮੇਰਾ ਉਹ ਵਾਅਦਾ ਪੂਰਾ ਕੀਤਾ ਜਾਏ ਔਰ ਮੈਨੂੰ ਜਿਹੜੀ ਹੈਗੀ ਆ ਪੂਰੀ ਦੀ ਪੂਰੀ ਕਾਂਗਰਸ ਦੀ ਬਾਗਡੋਰ ਸੰਭਾਲੀ ਜਾਏ ਔਰ ਕਾਂਗਰਸ ਦੇ ਇੱਕ ਨੁਮਾਇੰਦੇ ਦੇ ਤੌਰ ਤੇ, ਉਮੀਦਵਾਰ ਦੇ ਤੌਰ ਤੇ ਉਹਨਾਂ ਨੂੰ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਹੈ ਉਹ ਅਗਲੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਜੋ ਦਿਲ ਦੀ ਇੱਛਾ ਮੈਨੂੰ ਲੱਗ ਰਹੀ ਹੈ ਉਹ ਦਿਲ ਦੀ ਇੱਛਾ ਪੂਰੀ ਹੋਣੀ ਚਾਹੀਦੀ ਹੈ। ਪ੍ਰਸ਼ਾਂਤ ਕਿਸ਼ੋਰ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ, ਕੈਪਟਨ ਸਾਹਿਬ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ, ਕਿਉਂਕਿ ਸਿੱਧੂ ਸਾਹਿਬ ਇਹ ਗੱਲ ਸਾਨੂੰ ਸਾਰਿਆਂ ਨੂੰ ਮੰਨਣੀ ਚਾਹੀਦੀ ਹੈ ਕਿ ਹਰ ਲੀਡਰ ਦਾ ਜਾਂ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ। ਕੈਪਟਨ ਸਾਹਿਬ ਦਾ ਸਮਾਂ ਹੁਣ ਖਤਮ ਹੋ ਚੁੱਕਿਆ ਹੈ, ਉਹਨਾਂ ਨੂੰ ਰੈਸਟ ਕਰਨੀ ਚਾਹੀਦੀ ਹੈ, 1 ਸਾਲ ਜ਼ਰੂਰ ਉਹ ਕਰਨੀ ਚਾਹੀਦੀ ਹੈ ਉਹਨਾਂ ਨੂੰ ਪੂਰੀ ਆਪਣੀ ਇਹ ਟਰਮ। ਬਟ ਅੱਗੇ ਤੋਂ ਅਗਲਾ ਉਹ ਸੁਪਨਾ ਦੇਖ ਰਹੇ ਨੇ ਅਗਲੀ ਪਾਰੀ ਖੇਡਣ ਦਾ, ਉਹ ਸੁਪਨਾ ਉਹਨਾਂ ਨੂੰ ਬੰਦ ਕਰਕੇ ਨਵੇਂ ਲੋਕਾਂ ਨੂੰ, ਚੰਗੇ ਲੋਕਾਂ ਨੂੰ, ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਵਰਗੇ ਲੋਕਾਂ ਨੂੰ, ਪ੍ਰਗਟ ਸਿੰਘ ਵਰਗੇ ਲੋਕਾਂ ਨੂੰ ਅੱਗੇ ਆਉਣ ਦੀ ਜਿਹੜੀ ਹੈਗੀ ਆ ਲੋੜ ਵੀ ਹੈ ਔਰ ਅੱਗੇ ਕਾਂਗਰਸ ਨੂੰ ਉਹਨਾਂ ਨੂੰ ਲਿਆਉਣਾ ਵੀ ਚਾਹੀਦਾ। ਸੋ ਅਗਲੀ ਪਾਰੀ ਇਹਨਾਂ ਨਵੇਂ ਲੀਡਰਾਂ ਦੇ ਰਾਹੀਂ ਖੇਡਣੀ ਚਾਹੀਦੀ ਹੈ ਕਾਂਗਰਸ ਨੂੰ। ਜੀ ਤਾਂ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਕੈਬਨਿਟ ਮੰਤਰੀ ਦੀ ਕੁਰਸੀ ਜਾਂ ਡਿਪਟੀ CM ਦੇ ਅਹੁਦੇ ਦੀ ਲੜਾਈ ਨਹੀਂ ਲੜ ਰਹੇ, ਹੁਣ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਜਿਹੜੀ ਨਵਜੋਤ ਸਿੰਘ ਸਿੱਧੂ ਲੜਨੀ ਸ਼ੁਰੂ ਕਰ ਦਿੱਤੀ। ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਡਿਜ਼ਰਵ ਕਰਦੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦੇ ਕੋਈ ਮਨ ਦੇ ਵਿੱਚ ਲਾਲਚ ਹੈ, ਬਿਲਕੁਲ ਏਦਾਂ ਦੀ ਗੱਲ ਨਹੀਂ ਹੈ ਕਿ ਮੈਂ ਇਹ ਬਾਰ-ਬਾਰ ਜਿਹੜੀ ਮੈਂ ਗੱਲ ਕਹਿ ਰਿਹਾ, ਜਦੋਂ ਮੈਂ ਉਹਨਾਂ ਦਾ ਕੱਦ ਇੱਕ ਵਿਸ਼ਵ ਲੈਵਲ ਦੇ ਜਿਹੜੇ ਕਿ ਚਾਹੇ ਉਹ ਸਿੱਖਾਂ ਦੀ ਗੱਲ ਹੋਵੇ, ਚਾਹੇ ਪੰਜਾਬੀਅਤ ਦੀ ਗੱਲ ਹੋਵੇ, ਚਾਹੇ ਪੰਜਾਬ ਦੇ ਮੇਨ ਮੁੱਦਿਆਂ ਦੀ ਗੱਲ ਹੋਵੇ, ਜਦੋਂ ਅਸੀਂ ਉਹਨਾਂ ਦੇ ਪਿਛਲੀ ਕਾਰਗੁਜ਼ਾਰੀ ਨੂੰ ਦੇਖਦੇ ਹਾਂ ਤਾਂ ਮੈਂ ਇਹ ਬਾਰ-ਬਾਰ ਕੋਸ਼ਿਸ਼ ਇੱਕ ਗੱਲ ਸਾਫ਼ ਤਾਂ ਹੁੰਦੀ ਹੋਈ ਹੈ, ਜੇ ਤੁਹਾਨੂੰ ਕੈਬਨਿਟ ਮੰਤਰੀ ਦੀ ਕੁਰਸੀ ਨਹੀਂ ਚਾਹੀਦੀ, ਜੇ ਤੁਹਾਨੂੰ ਡਿਪਟੀ CM ਦਾ ਅਹੁਦਾ ਨਹੀਂ ਚਾਹੀਦਾ ਤਾਂ ਫਿਰ ਉਹ ਤੋਂ ਪਿੱਛੇ ਤਾਂ ਫਿਰ ਮੁੱਖ ਮੰਤਰੀ ਹੀ ਰਹਿ ਗਿਆ। ਬਿਲਕੁਲ, ਮੈਂ ਇਹੀ ਕਹਿਣਾ ਚਾਹੁੰਦਾ ਕਿ ਉਹ ਇੱਕ ਮੁੱਖ ਮੰਤਰੀ ਦੇ ਦਾਅਵੇਦਾਰ ਹੈਗੇ ਨੇ, ਉਹ ਡਿਜ਼ਰਵ ਕਰਦੇ। ਮੈਂ ਇਹ ਨਹੀਂ ਕਹਿੰਦਾ, ਮੈਂ ਇਹ ਕਹਿ ਰਿਹਾ ਉਹਨਾਂ ਨੂੰ ਵੱਖ-ਵੱਖ ਲੀਡਰ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਵੱਖ ਹੋ ਕੇ ਆਪਣੀਆਂ ਪਾਰਟੀਆਂ ਬਣਾ ਚੁੱਕੇ ਨੇ, ਉਹ ਵੀ ਉਹਨਾਂ ਨੂੰ ਚਾਹੁੰਦੇ ਆ। ਪੰਜਾਬ ਦੀ ਲੋਕ ਆਵਾਜ਼ ਨਵਜੋਤ ਸਿੰਘ ਸਿੱਧੂ ਬਣ ਚੁੱਕੇ ਆ। ਮੈਂ ਇਹੀ ਗੱਲ ਮੈਂ ਕਹਿ ਰਿਹਾ ਕਿ ਇਕੱਲਾ ਇਸ ਵੇਲੇ ਪੰਜਾਬ ਹੀ ਨਹੀਂ, ਹਿੰਦੁਸਤਾਨ ਦੇ ਜਿਹੜੇ ਜਿੱਥੇ ਵੀ ਪੰਜਾਬੀ ਵਸਦੇ ਨੇ, ਚਾਹੇ ਉਹ ਹਿੰਦੁਸਤਾਨ 'ਚ ਵਸਦੇ ਹੋਣ, ਚਾਹੇ ਵਿਦੇਸ਼ਾਂ 'ਚ ਵਸਦੇ ਹੋਣ, ਉਹ ਇੱਕ ਐਸੇ ਪੰਜਾਬੀ ਨੂੰ ਅੱਗੇ ਲਾਉਣਾ ਚਾਹੁੰਦੇ ਨੇ ਜਿਹੜੇ ਪੰਜਾਬ ਦੇ ਦੁੱਖਾਂ ਨੂੰ, ਪੰਜਾਬ ਦੇ ਦਰਦਾਂ ਨੂੰ, ਪੰਜਾਬ ਦੇ ਸੰਕਟ ਨੂੰ, ਉਹਦੇ ਕੋਲੇ ਕੋਈ ਵਿਜ਼ਨ ਹੋਵੇ, ਉਹਦੇ ਕੋਲ ਕੋਈ ਹੱਲ ਹੋਵੇ, ਉਹਦੇ ਕੋਲ ਕੋਈ ਹਿੰਮਤ ਹੋਵੇ ਉਹਨਾਂ ਨੂੰ ਮਾਫੀਏ ਦੇ ਨਾਲ ਟੱਕਰ ਲੈਣ ਦੀ, ਵੱਖ-ਵੱਖ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦਾ ਉਹਦੇ ਕੋਲੇ ਕੋਈ ਨਜ਼ਰੀਆ ਹੋਵੇ। ਸੋ ਇਸ ਕਰਕੇ ਇਹ ਜਿਹੜੇ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਦੇਖਦੇ ਹਾਂ ਤਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਕੈਪਟਨ ਦੀ ਬਜਾਏ ਕੈਪਟਨ ਸਾਹਿਬ ਬੇਸ਼ੱਕ ਅੜੀ ਕਰਨ ਔਰ ਆਪਣੇ ਵਾਅਦੇ ਭੁੱਲ ਜਾਣ, ਪਰ ਕੈਪਟਨ ਸਾਹਿਬ ਦੇ ਪੈਰਲਲ ਜਦੋਂ ਅਸੀਂ ਰੱਖ ਕੇ ਦੇਖਦੇ ਹਾਂ ਸਿੱਧੂ ਸਾਹਿਬ ਨੂੰ, ਔਰ ਤੁਸੀਂ ਆਈ ਵੋਟਰ ਜਿਹੜਾ ਹੈਗਾ ਪਿਛਲੇ ਦਿਨਾਂ 'ਚ ਜਿਹੜੇ
ਸਰਵੇ ਆਏ ਨੇ ਉਹਦੇ ਵਿੱਚ ਉਹਨਾਂ ਨੇ 53% ਲੋਕ ਜਿਹੜੇ ਨੇ ਉਹ ਸਿੱਧੂ ਸਾਹਿਬ ਨੂੰ ਪਸੰਦ ਕਰ ਰਹੇ ਨੇ। ਔਰ ਇਹਨਾਂ ਦੀ ਜਿਹੜੀ ਸਿੱਧੂ ਸਾਹਿਬ ਦੀ ਜੋ ਪਸੰਦੀਗੀ ਹੈ ਉਹ ਕੈਪਟਨ ਸਾਹਿਬ ਤੋਂ ਕਿਤੇ ਵੱਧ ਹੈ। ਉਹਨਾਂ ਦੀ ਜਿਹੜੀ ਲੋਕ ਜਿਹੜੇ ਉਹਨੂੰ ਚਾਹਣ ਵਾਲੇ ਲੋਕ ਨੇ ਉਹਨਾਂ ਦੀ ਗਿਣਤੀ ਕੈਪਟਨ ਸਾਹਿਬ ਤੋਂ ਚਾਹਣ ਵਾਲੇ ਲੋਕਾਂ ਨਾਲੋਂ ਕਈ ਗੁਣਾ ਜ਼ਿਆਦਾ ਵੱਧ ਹੈ। ਇਹ ਸਰਵੇ ਕਹਿ ਰਹੇ ਨੇ। ਸੋ ਇਸ ਕਰਕੇ ਮੈਂ ਇਹ ਗੱਲ ਬਹੁਤ ਜ਼ੋਰ ਨਾਲ ਕਹਿਣਾ ਚਾਹੁੰਦਾ ਕਿ ਕੈਪਟਨ ਸਾਹਿਬ ਨੂੰ ਵੀ ਇਹ ਸੋਚਣਾ ਚਾਹੀਦਾ ਅਗਲੀ ਪਾਰੀ ਖੇਡਣ ਦੀ ਜਿਹੜੀ ਜ਼ਿੱਦ ਉਹਨਾਂ ਨੇ ਫੜੀ ਹੋਈ ਹੈ ਔਰ ਉਹਨਾਂ ਦੀ ਕੋਠਰੀ ਉਹਨਾਂ ਦਾ ਜਿਹੜੀ ਜੁੰਡਲੀ ਹੈ ਉਹ ਲਗਾਤਾਰ ਇਹ ਕਹਿ ਰਹੀ ਹੈ ਕਿ ਕੈਪਟਨ ਸਾਹਿਬ ਨੂੰ ਅੱਗੇ ਲਾਉਣਾ ਚਾਹੀਦਾ ਹੈ। ਔਰ ਇਹਦੇ ਬਾਰੇ ਸਿੱਧੂ ਸਾਹਿਬ ਸੁਖਵਿੰਦਰ ਜੀ ਦੁੱਲੋ ਸਾਹਿਬ ਬਾਰ-ਬਾਰ ਕਹਿ ਚੁੱਕੇ ਨੇ, ਤੁਸੀਂ ਦੁੱਲੋ ਸਾਹਿਬ ਦੇ ਬਿਆਨ ਸੁਣੇ ਹੋਣਗੇ ਕਿ ਲੋਕ ਕੈਪਟਨ ਸਾਹਿਬ ਨੂੰ ਆਉਣ ਵਾਲੇ ਦਿਨਾਂ 'ਚ ਪਸੰਦ ਨਹੀਂ ਕਰਨਗੇ ਕਿਉਂਕਿ ਉਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਸੋ ਇਸ ਕਰਕੇ ਜਦੋਂ ਅਸੀਂ ਕੈਪਟਨ ਸਾਹਿਬ ਦੇ ਪਿਛਲੇ 4 ਸਾਲਾਂ ਦੀ ਕਾਰਗੁਜ਼ਾਰੀ ਦੇਖਦੇ ਹਾਂ ਤਾਂ ਉਹ ਜ਼ੀਰੋ ਰਹੀ ਹੈ, ਜ਼ੀਰੋ ਤੋਂ ਵੀ ਮਾਈਨਸ ਜਾਂਦੀ ਰਹੀ ਹੈ ਕਿਉਂਕਿ ਕੈਪਟਨ ਸਾਹਿਬ ਪੰਜਾਬ 'ਚ ਬੜੇ ਹੀ ਨਹੀਂ 4 ਸਾਲ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਅਗਲੀ ਪਾਰੀ ਸਿੱਧੂ ਸਾਹਿਬ ਨੂੰ ਖੇਡਣ ਦੀ ਦੇਣੀ ਚਾਹੀਦੀ ਹੈ ਔਰ ਇਹਨਾਂ ਦੇ ਨਾਲ ਜੋ ਚੰਗੇ ਇਨਸਾਨ ਨੇ ਪ੍ਰਗਟ ਸਿੰਘ ਜਾਂ ਹੋਰ ਜਿਹੜੇ ਚੰਗੇ ਇਮਾਨਦਾਰ ਲੋਕ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਾਂਗਰਸ ਦੇ ਵਿੱਚ। ਔਰ ਕਾਂਗਰਸ ਨੂੰ ਵੀ ਉਹਨਾਂ ਦੀ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ ਉਹਨਾਂ ਦੀ ਹਾਈ ਕਮਾਂਡ ਹੈ ਰਾਵਤ ਜੀ ਜਿਹੜੇ ਸਿਆਣੇ ਬੰਦੇ ਨੇ ਜਾਂ ਹੋਰ ਜਿਹੜੇ ਨੇ ਉਹਨਾਂ ਨੂੰ ਕੈਪਟਨ ਸਾਹਿਬ ਨੂੰ ਸਮਝਾਉਣਾ ਚਾਹੀਦਾ, ਉਹਨਾਂ ਨੂੰ ਘਰੇ ਬਿਠਾਉਣਾ ਚਾਹੀਦਾ ਕਿਉਂਕਿ ਉਹਨਾਂ ਦੀ ਆਪਾਂ ਨੂੰ ਪਤਾ ਹੈ ਕਿ ਸਿਹਤ ਅਲਾਓ ਨਹੀਂ ਕਰ ਰਹੀ ਔਰ ਬਜ਼ੁਰਗ ਨਵਜੋਤ ਸਿੰਘ ਸਿੱਧੂ ਜੋ ਸੋਚ ਰਹੇ ਆ ਜਾਂ ਫਿਰ ਲੋਕ ਆਵਾਜ਼ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਕਿ ਉਸ ਚੀਜ਼ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਆਮ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਹੋ ਸਕਣਗੀਆਂ ਕਿ ਕਾਂਗਰਸ ਹਾਈ ਕਮਾਨ ਸਿੱਧੂ ਨੂੰ ਅੱਗੇ ਲਿਆਉਣ ਦੇ ਵਿੱਚ ਕਾਮਯਾਬ ਹੋ ਪਾਏਗੀ, ਤੁਹਾਨੂੰ ਲੱਗਦਾ ਹੈ? ਦੇਖੋ ਜੇ ਰਾਵਤ ਜੀ ਕੋਸ਼ਿਸ਼ ਕਰਨਗੇ ਔਰ ਇੱਥੋਂ ਤੱਕ ਕਿ ਜੇ ਹੋਰ ਵੀ ਜਿਹੜੇ ਖਾਸ ਤੌਰ ਤੇ ਜਦੋਂ ਹੁਣ ਰਾਹੁਲ ਜੀ ਇਲੈਕਸ਼ਨਾਂ ਤੋਂ ਫ੍ਰੀ ਹੁੰਦੇ ਆ, ਪ੍ਰਿੰਕਾ ਜੀ ਇਲੈਕਸ਼ਨਾਂ ਤੋਂ ਫ੍ਰੀ ਹੋ ਕੇ ਜਦੋਂ ਉਹ ਬੈਠਣਗੇ ਆਪਸ ਦੇ ਵਿੱਚ ਤਾਂ ਲਾਜ਼ਮੀ ਤੌਰ ਤੇ ਜੇ ਉਹ ਵਿਜ਼ਨ ਦੇ ਤੌਰ ਤੇ ਸੋਚਣਗੇ, ਜੇ ਉਹ ਪੰਜਾਬ ਦੇ ਭਲੇ ਲਈ ਸੋਚਣਗੇ ਤਾਂ ਲਾਜ਼ਮੀ ਤੌਰ ਤੇ ਕੈਪਟਨ ਦੇ ਪੈਰਲਲ ਉਹਨਾਂ ਨੂੰ ਲੱਗਦਾ ਹੈ ਕਿ ਕੈਪਟਨ ਨੂੰ ਉਹ ਥੋੜਾ ਜਿਹਾ ਉਹਨਾਂ ਨੂੰ ਕੁਰਕੀ ਵੀ ਦੇਣੀ ਚਾਹੀਦੀ ਹੈ ਔਰ ਉਹਨਾਂ ਨੂੰ ਸਗੋਂ ਬਿਠਾ ਕੇ ਉਹਨਾਂ ਨੂੰ ਰੈਸਟ ਕਰਨ ਦਾ ਜਿਹੜਾ ਹੈਗਾ ਉਹ ਫੈਸਲਾ ਸੁਣਾਉਣਾ ਚਾਹੀਦਾ ਹਾਈ ਕਮਾਂਡ ਨੂੰ ਤਾਂ ਕਿ ਪੰਜਾਬ ਬਚਾਇਆ ਜਾ ਸਕੇ, ਤਾਂ ਕਿ ਪੰਜਾਬੀਅਤ ਬਚਾਈ ਜਾ ਸਕੇ, ਤਾਂ ਕਿ ਪੰਜਾਬ ਦੇ ਜੋ ਇਸ ਵੇਲੇ ਵੱਡੇ ਸੰਕਟ ਨੇ ਉਹਨਾਂ ਦਾ ਕੋਈ ਹੱਲ ਕੱਢਿਆ ਜਾ ਸਕੇ। ਤਾਂ ਹੀ ਉਹ ਹੱਲ ਹੋਏਗਾ ਜੇ ਕੈਪਟਨ ਸਾਹਿਬ ਦੇ ਪੈਰਲਲ ਸਿੱਧੂ ਸਾਹਿਬ ਨੂੰ ਜਿਹੜੀ ਹੈਗੀ ਹਾਈ ਕਮਾਂਡ ਰਾਹੁਲ ਜੀ, ਪ੍ਰਿੰਕਾ ਜੀ ਜਾਂ ਰਾਵਤ ਜੀ ਜਿਹੜੇ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਜਿਹੜੇ ਬਿਲਕੁਲ ਨਿਰਪੱਖ ਬੰਦੇ ਨੇ, ਸਿਆਣੇ ਬੰਦੇ ਨੇ। ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਹੈਗੀ ਹੈ ਉੱਥੋਂ ਮੈਨੂੰ ਇਹੀ ਲੱਗਦਾ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਜਿਹਦੇ ਵਿੱਚ ਰਾਹੁਲ ਜੀ ਔਰ ਪ੍ਰਿੰਕਾ ਜੀ ਸ਼ਾਮਲ ਹੋਣ ਔਰ ਸਾਡੇ ਜਿਹੜੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਦੇ ਜਿਹੜੇ ਚੰਗੇ ਲੀਡਰ ਨੇ ਉਹ ਸ਼ਾਮਲ ਹੋਣ ਔਰ ਕੈਪਟਨ ਸਾਹਿਬ ਨੂੰ ਉਹ ਨਸੀਹਤ ਦੇਣ ਕਿ ਹੁਣ ਕੈਪਟਨ ਸਾਹਿਬ ਨੂੰ ਹੋਰ ਜ਼ਿਆਦਾ ਲੰਮਾ ਸਮਾਂ ਮਤਲਬ ਆਉਣ ਦੀ ਬਜਾਏ ਉਹਨਾਂ ਨੂੰ ਘਰ ਵਿੱਚ ਜਿਹੜਾ ਹੈਗਾ ਉਹ ਰੈਸਟ ਕਰਨ, ਉਹ ਮੌਜ ਆਪਣੀ ਹੁਣ ਅਗਲੀ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਵਧੀਆ ਬਤੀਤ ਕਰਨ ਔਰ ਪੋਲਿਟਿਕਸ ਜਿਹੜੀ ਹੈਗੀ ਹੈ ਉਹ ਛੱਡ ਕੇ ਜਿਹੜਾ ਹੈਗਾ ਹੁਣ ਅਗਲੀ ਪੀੜ੍ਹੀ ਨੂੰ ਉਹ ਜਿਹੜੀ ਪਾਰੀ ਹੈ ਉਹ ਖੇਡਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਕੈਪਟਨ ਸਾਹਿਬ ਨੂੰ। ਜੀ ਤਾਂ ਭੀਮਿੰਦਰ ਜੀ ਤੁਸੀਂ ਸਾਡੇ ਨਾਲ ਜੁੜੇ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਸਨ ਡਾਕਟਰ ਭੀਮਿੰਦਰ ਜੀ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਇਸ ਮਾਮਲੇ ਦੇ ਉੱਪਰ ਸਾਡੇ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਕਿਉਂਕਿ ਇਹ ਬੜਾ ਅਹਿਮ ਮੁੱਦਾ ਸੀ। ਕਿਉਂਕਿ ਕੱਲ ਵੀ ਖਬਰਾਂ ਉੱਡ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਵੱਡੇ ਅਹੁਦੇ ਦਿੱਤੇ ਜਾ ਸਕਦੇ ਆ, ਪਰ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਕ ਟਵੀਟ ਕਰਕੇ ਸਾਰੀਆਂ ਖਬਰਾਂ ਦੇ ਉੱਪਰ ਵਿਰਾਮ ਚਿੰਨ੍ਹ ਲਗਾ ਦਿੱਤਾ ਹੈ। ਨਾਲ ਹੀ ਨਾਲ ਕਿਆਸ ਰਾਈ ਇਹ ਵੀ ਲੱਗੀ ਹੈ ਕਿ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਜੇਕਰ ਕੈਬਨਿਟ ਮਿਨਿਸਟਰ ਦਾ ਅਹੁਦਾ ਨਹੀਂ ਲੈਣਾ ਚਾਹੁੰਦੇ ਜਾਂ ਫਿਰ ਡਿਪਟੀ ਸੀਐਮ ਦਾ ਅਹੁਦਾ ਵੀ ਨਹੀਂ ਲੈਣਾ ਚਾਹੁੰਦੇ ਤਾਂ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਸਿਰਫ ਜਿਹੜਾ ਹੈਗਾ ਸੀਐਮ ਦਾ ਹੀ ਅਹੁਦਾ ਲੈਣਾ ਚਾਹੁੰਦੇ ਹੋਣ ਕਿਉਂਕਿ ਹੋ ਸਕਦਾ ਹੈ ਕਿ ਕਾਂਗਰਸ ਨੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ 17 ਦੇ ਵਿੱਚ ਸ਼ਾਮਿਲ ਕਰਵਾਇਆ ਸੀ ਤਾਂ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿੰਦੇ ਸੀ ਕਿ ਮੈਂ ਹੁਣ ਆਖਰੀ ਚੋਣ ਹੈ ਮੇਰੀ, ਇਹ ਮੈਨੂੰ ਚੋਣ ਤੁਸੀਂ ਜਿਤਾ ਦਿਓ, ਇਹ ਮੇਰੀ ਆਖਰੀ ਚੋਣ ਹੈ। ਤਾਂ ਉਸ ਤੋਂ ਬਾਅਦ ਸ਼ਾਇਦ ਵਾਅਦਾ ਕੀਤਾ ਗਿਆ ਹੋਵੇ ਨਵਜੋਤ ਸਿੰਘ ਸਿੱਧੂ ਦੇ ਨਾਲ ਕਿ ਕੈਪਟਨ ਅਮਰਿੰਦਰ ਸਿੰਘ ਦੀ ਆਖਰੀ ਚੋਣ ਹੈ ਤੇ ਤੁਸੀਂ 2022 ਦੇ ਵਿੱਚ
ਤੁਸੀਂ ਹੀ ਮੁੱਖ ਚਿਹਰਾ ਜਿਹੜਾ ਕਾਂਗਰਸ ਦਾ ਹੋਵੋਗੇ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਬਦਲ ਦਿੱਤੇ। ਉਹ ਕਹਿੰਦੇ ਕਿ ਹਾਲੇ ਮੈਂ 5-7 ਸਾਲ ਹੋਰ ਜਿਹੜੀ ਹੈ ਸਿਆਸਤ ਕਰ ਸਕਦਾ, ਮੈਂ ਆਪਣਾ ਭਾਰ ਵੀ ਘਟਾ ਲਿਆ। ਤਾਂ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਉਸ ਤੋਂ ਵੀ ਖਾਸੇ ਨਾਰਾਜ਼ ਹੋਣ, ਨਵਜੋਤ ਸਿੱਧੂ ਉਹੀ ਕੁਰਸੀ ਲੈਣਾ ਚਾਹੁੰਦੇ ਹੋਣ, ਨਵਜੋਤ ਸਿੰਘ ਸਿੱਧੂ ਉਸੇ ਕੁਰਸੀ ਦੇ ਲਈ ਕਾਂਗਰਸ ਦੇ ਵਿੱਚ ਰਹਿ ਕੇ ਜਿਹੜੀ ਹੈ ਉਹ ਲੜਾਈ ਲੜ ਰਹੇ ਹੋਣ। ਤਾਂ ਦੁਬਾਰਾ ਫਿਰ ਇਸ ਪ੍ਰੋਗਰਾਮ ਦੇ ਵਿੱਚ ਮਿਲਾਂਗੇ ਨਵੇਂ ਅਹਿਮ ਮੁੱਦਿਆਂ ਦੇ ਨਾਲ। ਤਦ ਤੱਕ ਦੀ ਦਿਓ ਇਜਾਜ਼ਤ। ਧੰਨਵਾਦ।